this lecture we will derive the EMF equation of a transformer। ਤਾਂ ਟਰਾਂਸਫਾਰਮਰ ਦੀ ਪ੍ਰਾਇਮਰੀ ਤੇ ਟਰਾਂਸਫਾਰਮਰ ਦੀ ਸੈਕੰਡਰੀ ਦੇ ਵਿੱਚ EMF ਇਕੁਏਸ਼ਨ ਕੀ ਅਸੀਂ ਡਰਾਈਵ ਕਰਾਂਗੇ। ਵੋਲਟੇਜ ਇੰਡਿਊਸ ਹੁੰਦੀ ਹੈ ਉਹਦੇ ਲਈ ਅਸੀਂ ਇਕੁਏਸ਼ਨ ਡਰਾਈਵ ਕਰਾਂਗੇ। ਮੰਨ ਲਓ ਸਾਡੇ ਕੋਲ ਇਹ ਟਰਾਂਸਫਾਰਮਰ ਹੈ, ਸਟੈਪ ਅਪ ਟਰਾਂਸਫਾਰਮਰ, ਜਿਹਦੀਆਂ ਨੰਬਰ ਆਫ ਟਰਨਸ ਆਫ ਸੈਕੰਡਰੀ ਕੀ ਹੈ ਜ਼ਿਆਦਾ ਹੈ, ਨੰਬਰ ਆਫ ਟਰਨਸ ਆਫ ਪ੍ਰਾਇਮਰੀ ਕੀ ਹੈ ਘੱਟ ਹੈ। ਜਦੋਂ ਅਸੀਂ ਇਹਨੂੰ ਵੋਲਟੇਜ V1 ਅਪਲਾਈ ਕੀਤੀ ਤਾਂ ਇਹਦੇ ਚੋਂ ਕਰੰਟ ਫਲੋ ਹੋਣਾ ਸ਼ੁਰੂ ਹੋ ਗਿਆ I1 ਕਰੰਟ ਫਲੋ ਹੋਣ ਦੇ ਨਾਲ ਇੱਥੇ ਕੋਰ ਦੇ ਵਿੱਚ ਫਲਕਸ ਪ੍ਰੋਡਿਊਸ ਹੋ ਗਿਆ ਫਲਕਸ ਪ੍ਰੋਡਿਊਸ ਹੋਣ ਦੇ ਨਾਲ ਇੱਥੇ ਪ੍ਰਾਇਮਰੀ ਵਾਈਂਡਿੰਗ ਦੇ ਵਿੱਚ EMF ਇੰਡਿਊਸ ਹੋ ਗਈ E1। ਜਿਹੜਾ ਫਲਕਸ ਸੀਗਾ ਫਿਰ ਇਹ ਕੋਰ ਦੇ ਥਰੂ ਕੀ ਹੈ ਸੈਕੰਡਰੀ ਵਾਈਂਡਿੰਗ ਦੇ ਨਾਲ ਲਿੰਕ ਕਰ ਗਿਆ। ਜਦੋਂ ਸੈਕੰਡਰੀ ਵਾਈਂਡਿੰਗ ਦੇ ਨਾਲ ਲਿੰਕ ਕਰ ਗਿਆ ਤਾਂ ਇਹਦੇ ਵਿੱਚ EMF ਇੰਡਿਊਸ ਹੋ ਗਈ E2। ਜਦੋਂ ਅਸੀਂ ਇੱਥੇ ਲੋਡ ਅਪਲਾਈ ਕਰ ਦਿੱਤਾ ਤਾਂ ਲੋਡ ਦੇ ਥਰੂ ਕਰੰਟ ਫਲੋ ਹੋਣਾ ਸ਼ੁਰੂ ਹੋ ਗਿਆ I2। ਜਿਹੜੀਆਂ ਪ੍ਰਾਇਮਰੀ ਵਾਈਂਡਿੰਗ ਦੀਆਂ ਨੰਬਰ ਆਫ ਟਰਨਸ ਹੈਗੀ N1, ਸੈਕੰਡਰੀ ਵਾਈਂਡਿੰਗ ਦੇ ਨੰਬਰ ਆਫ ਟਰਨਸ ਕੀ ਹੈ N2, ਤੇ ਲੋਡ ਦੇ ਅਕ੍ਰੋਸ ਜਿਹੜੀ ਟਰਮੀਨਲ ਵੋਲਟੇਜ ਕਿੰਨੀ ਹੋ ਗਈ V2। ਤਾਂ ਅਸੀਂ ਸਭ ਤੋਂ ਪਹਿਲਾਂ ਇਹਦੇ ਕੱਲਾ ਪੈਰਾਮੀਟਰ ਜੋ ਅਸੀਂ ਡਿਫਾਈਨ ਕੀਤਾ ਉਹ ਦੇਖੀਏ। ਫਸਟ ਹੈਗਾ let N1 is the number of turns in primary winding, N2 is the number of turns in secondary winding, then phi is the flux produced in the core. When we applied the voltage V1, a varying current flows through the winding I1. It produces a varying flux phi in the core, which links with the primary winding to produce the voltage E1 in the primary winding. Then let F is the frequency of AC supply in Hertz, and V1 is the applied voltage to the primary winding. E1 is the EMF induced in primary winding. I1 is the current flowing through the primary winding. E2 is the EMF induced in the secondary winding. V2 is the terminal voltage of the secondary winding, and I2 is the current flowing through the secondary winding. ਇਹ ਅਸੀਂ ਜੋ ਵੀ ਪੈਰਾਮੀਟਰ ਲਏ ਸਾਰੇ ਅਸੀਂ ਲਿਖ ਦਿੱਤੇ ਵੀ ਕੀ ਅਸੀਂ ਡਿਫਾਈਨ ਕੀਤਾ। ਤਾਂ ਜਦੋਂ ਅਸੀਂ ਵੋਲਟੇਜ V1 ਅਪਲਾਈ ਕੀਤੀ ਤਾਂ ਵਾਈਂਡਿੰਗ ਦੇ ਵਿੱਚ ਕਰੰਟ ਟਾਈਮ ਵੇਅਰਿੰਗ ਕਰੰਟ ਕੀ ਹੈ ਵੇਅਰਿੰਗ ਕਰੰਟ I1 ਫਲੋ ਹੋਣਾ ਸ਼ੁਰੂ ਹੋ ਗਿਆ ਤੇ ਉਹਦੇ ਨਾਲ ਵੇਅਰਿੰਗ ਫਲਕਸ ਫਾਈ ਪ੍ਰੋਡਿਊਸ ਹੋ ਗਿਆ। ਲੈਟ the flux produced in the core is equal to phi m sin omega t, ਕਿਉਂਕਿ ਜਿਹੜੀ ਅਸੀਂ ਵੋਲਟੇਜ is equal to V is equal to ਹੈਗੀ Vm sin omega t, ਕਰੰਟ ਹੈਗਾ I is equal to Im sin omega t। ਤਾਂ ਜੋ ਕੋਰ ਦੇ ਵਿੱਚ ਫਲਕਸ ਪ੍ਰੋਡਿਊਸ ਹੋਏਗਾ that will be equal to phi is equal to phi m sin omega t। According to Faraday's law of electromagnetic induction, ਜਿਹੜਾ Faraday's law of electromagnetic induction ਕੀ ਕਹਿੰਦਾ ਹੈ, ਜਿਹੜੀ EMF ਜਦੋਂ ਫਲਕਸ ਕੀ ਹੈ ਕਿਸੇ ਕੋਇਲ ਦੇ ਨਾਲ ਲਿੰਕ ਕਰਦਾ ਤਾਂ ਉਹਦੇ ਵਿੱਚ ਕੀ ਇੰਡਿਊਸ ਹੋ ਜਾਂਦੀ ਹੈ EMF। ਜਿਹੜੀ ਉਹ EMF ਇੰਡਿਊਸਡ EMF ਕਾਹਦੇ ਬਰਾਬਰ ਹੁੰਦੀ ਹੈ N into d phi over dt. N is the number of turns of the coil and d phi over dt is the rate of change of magnetic flux. According to Lenz's law, ਜਿਹੜਾ Lenz's law ਕਹਿੰਦਾ ਹੈ ਜਿਹੜੀ ਇਹ EMF ਇੰਡਿਊਸਡ ਹੁੰਦੀ ਹੈ ਕੋਇਲ ਦੇ ਵਿੱਚ ਉਹਦੀ ਡਾਇਰੈਕਸ਼ਨ ਉਹਨੂੰ ਪ੍ਰੋਡਿਊਸ ਕਰਨ ਵਾਲੇ ਦੇ ਕੀ ਹੈ ਆਪੋਜਿਟ ਹੁੰਦੀ ਹੈ। ਇਸ ਕਰਕੇ ਜਿਹੜੀ EMF ਜੋ ਇੰਡਿਊਸ ਹੁੰਦੀ ਹੈ ਉਹਦੇ ਵਿੱਚ ਸਾਈਨ ਕੀ ਹੈ ਨੈਗੇਟਿਵ ਆ ਜਾਂਦਾ ਅਕੋਰਡਿੰਗ ਟੂ ਲੈਂਜ਼ਸ ਲਾ। ਲੈਂਜ਼ ਨੇ ਕੀ ਸਾਨੂੰ ਡਾਇਰੈਕਸ਼ਨ ਆਫ EMF ਦੱਸੀ ਸੀ that is equal to -n into d phi over dt। ਸੋ EMF ਇੰਡਿਊਸਡ ਇਨ ਪ੍ਰਾਇਮਰੀ ਵਾਈਂਡਿੰਗ ਕਿੰਨੀ ਹੋਏਗੀ E1 ਜਿਹੜੀ EMF ਇੰਡਿਊਸ ਹੋਏਗੀ ਪ੍ਰਾਇਮਰੀ ਵਾਈਂਡਿੰਗ ਦੇ ਵਿੱਚ that will be equal to -n1 into d phi over dt। ਅਸੀਂ phi ਦੀ ਵੈਲਿਊ ਪੁੱਟ ਕਰ ਦਈਏ। phi is equal to ਕਾਹਦੇ ਬਰਾਬਰ ਸੀਗਾ phi m sin omega t। ਇੱਥੇ ਅਸੀਂ phi ਦੀ ਵੈਲਿਊ ਕੀ ਹੈ ਪੁੱਟ ਕਰਤੀ -n1
डी बाय डी टी, फाई की वैल्यू पुट करती सी फाई एम साइन ओमेगा टी, ये वैल्यू पुट करती। ਜਦੋਂ ਇਹ ਵੈਲਿਊ ਪੁੱਟ ਕਰਨ ਦੇ ਨਾਲ ਜਦੋਂ ਅਸੀਂ ਤੇ ਫਾਈ ਐਮ ਕੀ ਆ ਕੌਂਸਟੈਂਟ ਬਾਹਰ ਆ ਗਿਆ, ਸਾਈਨ ਓਮੇਗਾ ਟੀ ਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ ਟੀ ਕੀ ਹੋਏਗਾ, cos ਓਮੇਗਾ ਟੀ ਇੰਟੂ ਓਮੇਗਾ ਟੀ ਦਾ ਡੈਰੀਵੇਟਿਵ ਕਿੰਨਾ ਹੋ ਜਾਏਗਾ, ਓਮੇਗਾ। ਸੋ ਦਿਸ ਇਜ਼ ਇਕੁਅਲ ਟੂ ਮਾਈਨਸ n1 ਫਾਈ ਐਮ ਓਮੇਗਾ cos ਓਮੇਗਾ ਟੀ। ਦੈਨ ਅਸੀਂ ਜਿਹੜਾ ਮਾਈਨਸ ਸਾਈਨ ਹੈ cos ਦੇ ਨਾਲ ਲਿਆ ਹੈ, ਮਾਈਨਸ n1 ਫਾਈ ਐਮ ਓਮੇਗਾ ਮਾਈਨਸ cos ਓਮੇਗਾ ਟੀ। ਆਪਾਂ ਨੂੰ ਪਤਾ ਹੈ ਸਾਈਨ 90 ਮਾਈਨਸ ਥੀਟਾ ਬਰਾਬਰ ਹੁੰਦਾ ਹੈ cos ਥੀਟਾ, ਤੇ ਸਾਈਨ ਥੀਟਾ ਮਾਈਨਸ 90 ਕਾਹਦੇ ਬਰਾਬਰ ਹੋਊਗਾ, ਮਾਈਨਸ cos ਥੀਟਾ। ਤਾਂ ਆਪਾਂ ਮਾਈਨਸ cos ਥੀਟਾ ਦੀ ਥਾਂ ਤੇ ਲਿਖ ਦਈਏ ਸਾਈਨ ਓਮੇਗਾ ਟੀ ਮਾਈਨਸ 90, ਕਿਉਂਕਿ ਸਾਈਨ ਓਮੇਗਾ ਟੀ ਮਾਈਨਸ 90 ਕਾਹਦੇ ਬਰਾਬਰ ਹੋਊਗਾ, cos ਓਮੇਗਾ ਟੀ। ਸੋ ਇਹਦੀ ਥਾਂ ਤੇ ਅਸੀਂ cos ਓਮੇਗਾ ਟੀ ਦੀ ਥਾਂ ਤੇ ਲਿਖਤਾ ਅਸੀਂ ਸਾਈਨ ਓਮੇਗਾ ਟੀ ਮਾਈਨਸ 90 ਡਿਗਰੀ, n1 ਫਾਈ ਐਮ ਇੰਟੂ ਓਮੇਗਾ ਅਸੀਂ ਓਮੀ ਲਿਖਤਾ। ਠੀਕ ਹੈ, ਜਦੋਂ ਅਸੀਂ EMF ਦੀ ਮੈਕਸਿਮਮ ਵੈਲਿਊ ਕੱਢਣੀ ਹੈ ਤਾਂ ਸਾਈਨ ਓਮੇਗਾ ਟੀ ਮਾਈਨਸ ਸਾਈਨ ਦੀ ਮੈਕਸਿਮਮ ਵੈਲਿਊ ਕਿੰਨੀ ਹੁੰਦੀ ਹੈ 1, ਤਾਂ ਮੈਕਸਿਮਮ ਵੈਲਿਊ ਆਫ EMF ਕਿੰਨੀ ਆ ਗਈ, E ਮੈਕਸਿਮਮ EMF ਇੰਡਿਊਸਡ ਇਨ ਪ੍ਰਾਇਮਰੀ ਵਾਈਂਡਿੰਗ that would be equal to n1 phi m into omega। साइन ਦੀ ਮੈਕਸਿਮਮ ਵੈਲਿਊ ਕਿੰਨੀ ਹੋ ਗਈ 1, ਨਾਰਮਲਾਈਜ਼ਡ ਜਾਂ ਮੈਕਸਿਮਮ ਵੈਲਿਊ ਆ ਗਈ। ਅਸੀਂ ਫਿਰ RMS ਵੈਲਿਊ ਕੱਢਣੀ ਹੈ। ਜੇਕਰ ਅਸੀਂ ਮੈਕਸਿਮਮ ਵੈਲਿਊ ਨੂੰ √2 ਨਾਲ ਡਿਵਾਈਡ ਕਰ ਦਈਏ ਤਾਂ ਸਾਡੇ ਕੋਲੇ ਕੀ ਹੈ, RMS ਵੈਲਿਊ ਆ ਜਾਂਦੀ ਹੈ। n1 ਉਵੇਂ ਪੁੱਟ ਕਰਤਾ, phi m ਉਵੇਂ ਲਿਖਤਾ, ਓਮੇਗਾ ਦੀ ਥਾਂ ਤੇ ਕੀ ਕਰਤਾ ਸੀ 2πf, ਤੇ √2 ਦੇ ਨਾਲ ਇਹਨੂੰ ਕੀ ਅਸੀਂ ਡਿਵਾਈਡ ਕਰਤਾ, √2 ਦੇ ਨਾਲ ਡਿਵਾਈਡ ਕਰਤਾ। ਤੇ ਫਿਰ ਅਸੀਂ 2 ਪਾਈ ਦੀ ਵੈਲਿਊ 3.14 ਪੁੱਟ ਕਰ ਦਈਏ ਤੇ √2 ਦੀ ਵੈਲਿਊ ਕਿੰਨੀ ਹੈ 1.414। ਠੀਕ ਹੈ, ਇਹ ਵੈਲਿਊ ਜਦੋਂ ਅਸੀਂ ਪੁੱਟ ਕਰਾਂਗੇ ਇਹ ERMS 1 ਹੀ ਹੈ, ਇਹ 2 ਪਾਈ ਦੀ ਵੈਲਿਊ 3.14 ਬਾਈ √2। ਜੇ ਅਸੀਂ ਇਹਨੂੰ ਕੈਲਕੂਲੇਟ ਕਰੀਏ 2 ਪਾਈ ਓਵਰ √2, ਇਹਦੀ ਵੈਲਿਊ ਆ ਜਾਂਦੀ ਹੈ 4.44 n1 f into phi m। This is the EMF induced in the primary winding of a transformer। ਤਾਂ ਇਹ ਟਰਾਂਸਫਾਰਮਰ ਦੀ ਪ੍ਰਾਇਮਰੀ ਵਾਈਂਡਿੰਗ ਦੇ ਵਿੱਚ ਜੋ EMF ਇੰਡਿਊਸ ਹੋਊਗੀ ਉਹਦੀ ਇਕੁਏਸ਼ਨ ਬਣ ਗਈ ਹੈ ਇਹ ERMS। This is the equation for the EMF induced in primary winding। Similar manner ਦੇ ਨਾਲ ਅਸੀਂ ਕੀ ਹੈ EMF induced in secondary winding ਕੈਲਕੂਲੇਟ ਕਰ ਸਕਦੇ ਹਾਂ। ਇੱਥੇ E1 ਦੀ ਥਾਂ ਤੇ ਕੀ ਆ ਜਾਊਗਾ E2 is equal to minus n2 into d phi over dt। ਇੱਥੇ n2 ਆ ਜਾਊਗਾ, d phi ਦੀ ਵੈਲਿਊ ਉਵੇਂ ਪੁੱਟ ਕਰ ਦਾਂਗੇ, ਇੱਥੇ n2 ਆ ਜਾਊਗਾ, phi ਉਸੇ ਤਰ੍ਹਾਂ ਹੀ ਚੱਲੇਗਾ। ਇੱਥੇ n2 ਆ ਜਾਊਗਾ, ਇਸ ਜਗ੍ਹਾ ਤੇ n2 ਆ ਜਾਊਗਾ, ਫਿਰ ਇੱਥੇ n2 ਆ ਜਾਣਾ, ਇਸ ਜਗ੍ਹਾ ਤੇ n2 ਕਰ ਦਿਓ, ਇਸ ਜਗ੍ਹਾ ਤੇ n2 ਕਰ ਦਿਓ। ਤਾਂ ਜਿਹੜੀ ERMS ਜਿਹੜੀ ਸਿਮਿਲਰਲੀ ਜਿਹੜੀ ਹੈ ਇਕੁਏਸ਼ਨ ਆਫ EMF induced in secondary winding ਤਾਂ ਕਿੰਨੀ ਆ ਜਾਊਗੀ 4.44 n2 into f into phi m। ਇਸ ਮੈਥਡ ਦੇ ਨਾਲ ਅਸੀਂ ਪ੍ਰਾਇਮਰੀ ਵਾਈਂਡਿੰਗ ਤੇ ਸੈਕੰਡਰੀ ਵਾਈਂਡਿੰਗ ਦੇ ਵਿੱਚ EMF ਇੰਡਿਊਸਡ EMF ਦੀ ਇਕੁਏਸ਼ਨ ਅਸੀਂ ਫਾਈਂਡ ਆਊਟ ਕਰ ਲਈ। ਹੁਣ ਅਸੀਂ ਇੱਕ ਬਹੁਤ ਹੀ ਵਧੀਆ ਰਿਲੇਸ਼ਨਸ਼ਿਪ ਹੈ ਜਿਹੜਾ ਅਸੀਂ ਫਲਕਸ ਪ੍ਰੋਡਿਊਸ ਹੋਇਆ ਸੀਗਾ phi is equal to phi m sin omega t। ਜਿਹੜਾ ਫਲਕਸ ਪ੍ਰੋਡਿਊਸ ਹੋਇਆ ਸੀ phi is equal to phi m sin omega t। ਤਾਂ ਜਿਹੜੀ EMF ਇੰਡਿਊਸਡ ਹੋਈ ਹੈ n1 into phi m omega into sin omega t minus 90, ਜਿਹੜੀ ਪ੍ਰਾਇਮਰੀ ਦੇ ਵਿੱਚ EMF ਇੰਡਿਊਸ ਹੋਈ ਹੈ that is equal to sin omega। ਜੇਕਰ ਇਹਨਾਂ ਦਾ ਅਸੀਂ ਫੇਜ਼ ਕੰਪੇਅਰ ਕਰੀਏ, ਜੇ ਫਲਕਸ ਦਾ ਫੇਜ਼ ਹੈਗਾ ਤੁਹਾਡਾ ਰੈਫਰੈਂਸ ਹੈ ਤਾਂ ਤੁਹਾਡਾ ਜਿਹੜੇ EMF ਇੰਡਿਊਸਡ ਹੋਈ EMF ਕੀ ਹੈ 90 ਡਿਗਰੀ ਕੀ ਕਰੇਗੀ, ਲੈਗ ਕਰੇਗੀ। ਤਾਂ ਅਸੀਂ ਜਦੋਂ ਅਸੀਂ ਅੱਗੇ ਇਹਦੀਆਂ ਫੇਜ਼ਰ ਡਾਇਗਰਾਮ ਟਰਾਂਸਫਾਰਮਰ ਦੀਆਂ ਡਰਾ ਕਰਾਂਗੇ ਉਸ ਵੇਲੇ ਸਾਨੂੰ ਇਹਦੀ ਲੋੜ ਪੈਣੀ ਹੈ। ਇਹ ਫਲਕਸ ਹੈ ਜਾਂ ਪ੍ਰੋਡਿਊਸ ਹੋਇਆ ਤੇ ਜਿਹੜੀ EMF ਕੀ ਹੈ 90 ਡਿਗਰੀ ਕੀ ਕਰ ਰਹੀ ਹੈ, ਲੈਗ ਕਰ ਰਹੀ ਹੈ। this is the EMF E1, this is the flux phi। EMF is lagging behind the flux by 90 degree। ਇਹ ਫਿਗਰ ਤੋਂ ਕਲੀਅਰ ਹੋ ਰਿਹਾ। ਦੋਨਾਂ ਇਕੁਏਸ਼ਨਾਂ ਨੂੰ ਅਸੀਂ ਕੰਪੇਅਰ ਕਰ ਦਿਓ
ओमेगा टी ਉਹਦਾ ਰੈਫਰੈਂਸ ਆ ਗਿਆ, ਉਹਦੇ ਚ ਆਇਆ ओमेगा टी माइनस 90 डिग्री मीनस थीटा ਕੀ ਹੈ ਜਿਹੜਾ 90 डिग्री ਕੀ ਕਰ ਰਿਹਾ, ਲੈਗ ਕਰ ਰਿਹਾ ਇਹਦੇ ਵਿੱਚ, थीटा इज इक्वल टू 90 डिग्री लैग कर रहे हैं। सो EMF induced EMF is lagging behind the flux by 90 degree। then next आ जाता साडे कोले ट्रांसफॉर्मेशन रेशो। जे ट्रांसफार्मर रेशो वो रेशो हुंदी है जिहदे नाल प्राइमरी सिग्नल काहदे च कन्वर्ट हो जाता है, सैकेंडरी दे विच ट्रांसफॉर्म हो जाता है फ्रॉम प्राइमरी टू सैकेंडरी। असी ट्रांसफॉर्मेशन रेशो की हुंदा, द रेशो ऑफ सेकेंडरी वोल्टेज टू द प्राइमरी वोल्टेज इज कॉल्ड ट्रांसफॉर्मेशन रेशो। सैकेंडरी वोल्टेज ते प्राइमरी वोल्टेज की जिहड़ी रेशो है उन्होंने ट्रांसफॉर्मेशन रेशो कहते हैं, तो उन्होंने के नाल डिनोट किया जाता है, के दे नाल डिनोट किया जाता है। सानू पता E1 काहदे बराबर सी 4.44 N1 F इंटू 5M। ये फर्स्ट क्वेश्चन सी प्राइमरी वाइंडिंग दे विच। सैकेंडरी वाइंडिंग दे विच जिहड़ी EMF इंड्यूस्ड हुई है 4.44 N2 F इंटू 5M। जेकर असीं इन्हां नूं आपस दे विच डिवाइड कर दईए E2 बाई E1, E2 की वैल्यू कितनी है 4.44 N इंटू F इंटू 5 2M, तो E1 की वैल्यू है 4.4 नाल 4.4 कट गया, ठीक है, 4.4 नाल 4.4 कट गया। इस तो बाद की है F नाल F कट गया, ठीक है, F 5M नाल की है तुहाडा 5M कैंसल हो गया, तो E2 बाई E1 किहदे बराबर आ गया N2 बाई N1 इज इक्वल टू K ट्रांसफॉर्मेशन रेशो। तो सानू पता भी आउटपुट पावर, पावर की है सेम रहिंदी है, आउटपुट पावर इज इक्वल टू किहदे बराबर होंदी है इनपुट पावर दे। सो V2 I2 इज इक्वल टू काहदे बराबर होंदा V1 I1। द प्रोडक्ट ऑफ V2 इंटू I2 इज इक्वल टू काहदे बराबर होंदा V1 I1। ਇਹਦੇ ਵਿੱਚ ਅਸੀਂ ਕਰੰਟ ਦੀ ਰੇਸ਼ੋ ਕੱਢਣ ਲਈ ਇਹ ਰਿਲੇਸ਼ਨ ਯੂਜ਼ ਕਰਾਂਗੇ। V2 ਦੇ ਥੱਲੇ ਕੀ ਹੈ V1 ਨੂੰ ਲੈ ਜਾਓ, ਇਹ V2 ਨੂੰ V1 ਦੇ ਥੱਲੇ ਲੈ ਜਾਓ, ਤੇ I2 ਨੂੰ ਕੀ ਹੈ I1 ਦੇ ਥੱਲੇ ਲੈ ਜਾਓ, ਤਾਂ V2 ਓਵਰ V1 ਕਾਹਦੇ ਬਰਾਬਰ ਆ ਗਿਆ I1 ਓਵਰ I2 ਇਜ਼ ਇਕੁਅਲ ਟੂ ਕਾਹਦੇ ਬਰਾਬਰ ਆ ਗਿਆ K ਦੇ। ਤਾਂ ਇੱਥੋਂ ਅਸੀਂ ਕੰਕਲੂਡ ਕਰਤਾ V2 ਓਵਰ V1 ਇਜ਼ ਇਕੁਅਲ ਟੂ E2 ਓਵਰ E1 ਇਜ਼ ਇਕੁਅਲ ਟੂ N2 ਬਾਈ N1 is equal to I1 over I2 is equal to K transformation ratio। On the basis of transformation ratio we can classify the transformer as a step up transformer, step down transformer or 1-to-1 transformer। तीन तरह के ट्रांसफार्मर ਦੇ ਵਿੱਚ ਅਸੀਂ क्लासिफिकेशन कर सकते हैं K ਦੀ वैल्यू के हिसाब नाल, step up, step down ਤੇ 1-to-1 ट्रांसफार्मर। ਜਦੋਂ K ਦੀ ਵੈਲਿਊ 1 ਤੋਂ ਜ਼ਿਆਦਾ ਹੁੰਦੀ ਹੈ ਉਸ ਵੇਲੇ ਕੀ ਹੋਏਗਾ E2 ਓਵਰ E1 ਇਜ਼ ਇਕੁਅਲ ਟੂ N2 ਬਾਈ N1 ਇਜ਼ ਇਕੁਅਲ ਟੂ K ਗ੍ਰੇਟਰ ਦੈਨ 1। K ਗ੍ਰੇਟਰ ਦੈਨ 1 ਮੀਨਸ E2 ਓਵਰ E1 ਗ੍ਰੇਟਰ ਦੈਨ 1। ਸੋ E1 ਉੱਧਰ ਲੈ ਜਾਓ, E2 ਇਜ਼ ਗ੍ਰੇਟਰ ਦੈਨ E1 means EMF induced in secondary winding is greater than EMF induced in primary winding। सो असी कह सकते हैं जी वोल्टेज प्रोड्यूस्ड इन सैकेंडरी वाइंडिंग इज ग्रेटर दैन वोल्टेज प्रोड्यूस्ड इन प्राइमरी वाइंडिंग। सो दैट्स इट। सो ड्यू टू दिस व्हेन द वोल्टेज प्रोड्यूस्ड इन प्राइमरी वाइंडिंग सैकेंडरी वाइंडिंग इज मोर दैन दैट ऑफ सैकेंडरी वाइंडिंग, द ट्रांसफार्मर इज नोन एज स्टैप अप ट्रांसफार्मर। उस ट्रांसफार्मर नूं की कहने असीं स्टैप अप ट्रांसफार्मर। वी गेट द higher secondary voltage as compared to primary voltage, hence the name step up transformer। ਜਦੋਂ K ਦੀ ਵੈਲਿਊ 1 ਤੋਂ ਵੱਡੀ ਹੁੰਦੀ ਹੈ ਉਸ ਵੇਲੇ ਟਰਾਂਸਫਾਰਮਰ ਕੀ ਹੁੰਦਾ ਸਟੈਪ ਅਪ ਹੁੰਦਾ। ਜਦੋਂ K ਦੀ ਵੈਲਿਊ 1 ਤੋਂ ਛੋਟੀ ਹੁੰਦੀ ਹੈ ਉਸ ਵੇਲੇ ਸਟੈਪ ਡਾਊਨ ਹੁੰਦਾ ਟਰਾਂਸਫਾਰਮਰ, ਤੇ ਜਦੋਂ K ਦੀ ਵੈਲਿਊ 1 ਹੁੰਦੀ ਹੈ ਉਸ ਵੇਲੇ ਟਰਾਂਸਫਾਰਮਰ ਕੀ ਹੁੰਦਾ 1:1 ਹੁੰਦਾ। ਜਦੋਂ K ਦੀ ਵੈਲਿਊ ਲੈਸ ਦੈਨ 1 ਹੈ ਤਾਂ ਅਸੀਂ E2 ਓਵਰ E1 ਇਜ਼ ਇਕੁਅਲ ਟੂ N2 ਬਾਈ N1 ਇਜ਼ ਇਕੁਅਲ ਟੂ K less than 1 means E2 over E1 is less than 1। ਤਾਂ ਅਸੀਂ ਕਹਿ ਸਕਦੇ E2 ਕੀ ਹੈ E1 ਤੋਂ ਘੱਟ ਹੋਏਗੀ, means EMF induced in primary winding is more than secondary winding or EMF induced in secondary winding is less than that of the secondary winding। So voltage of secondary winding is less than primary winding।
so transformer is step down transformer. So we get the lower secondary voltage than the primary voltage, hence the name is step down transformer. Then ਜਦੋਂ k ਦੀ ਵੈਲਿਊ 1 ਆ ਤਾਂ E2 ਓਵਰ E1 ਇਜ਼ ਇਕਲ ਟੂ N2 ਬਾਈ N1 ਇਜ਼ ਇਕਲ ਟੂ k ਦੀ ਵੈਲਿਊ ਕਿੰਨੀ 1, ਉਸ ਕਰਕੇ N2 ਕਿਹਦੇ ਬਰਾਬਰ ਹੋ ਜੂ N1 ਦੇ ਨੰਬਰ ਆਫ ਟਰਨਸ ਆਫ ਪ੍ਰਾਇਮਰੀ ਤੇ ਸੈਕੰਡਰੀ ਦੀਆਂ ਬਰਾਬਰ ਹੋ ਜਾਣਗੀਆਂ। ਤਾਂ EMF ਇੰਡਿਊਸਡ ਇਨ ਪ੍ਰਾਇਮਰੀ ਤੇ ਸੈਕੰਡਰੀ ਵਾਈਂਡਿੰਗ ਦੇ ਵਿੱਚ ਕੀ ਹੋ ਜਾਏਗੀ, ਸੇਮ ਹੋ ਜਾਏਗੀ। ਸੋ E2 ਵਿਲ ਬੀ ਇਕਲ ਟੂ E1 ਐਂਡ V2 ਵਿਲ ਬੀ ਇਕਲ ਟੂ V1 ਐਂਡ transformer is the step 1:1 transformer, and the transformer is 1:1 transformer. Thank you very much.